ਪਿਛਲੇ 2 ਮਹੀਨਿਆਂ ਤੋਂ ਕਿਸਾਨ ਦਿੱਲੀ ਦੀ ਬਰੂਹਾਂ ਤੇ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਸ਼ਾਂਤਮਈ ਅੰਦੋਲਨ ਕਰ ਰਹੇ ਨੇ। ਇਸ ਅੰਦੋਲਨ ਨੂੰ ਲੈ ਕੇ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਖਾਸ ਮੌਕੇ ਤੇ ਦਿੱਲੀ 'ਚ ਟਰੈਕਟਰ ਮਾਰਚ ਕੱਢਿਆ ਗਿਆ ਸੀ ਅਤੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਦੌਰਾਨ ਵੱਖ-ਵੱਖ ਸੂਬਿਆਂ ਤੋਂ ਲੋਕ ਆਪਣੇ ਟਰੈਕਟਰ ਲੈ ਕੇ ਟਰੈਕਟਰ ਮਾਰਚ ਦਾ ਹਿੱਸਾ ਬਣੇ ਨੇ। ਇਸੇ ਦੌਰਾਨ ਹਿੰਸਕ ਝੜਪਾਂ ਵੀ ਹੋਈਆਂ ਨੇ, ਜਿਸ ਦਾ ਕਾਫੀ ਵੱਡਾ ਵਿਵਾਦ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਲਾਲ ਕਿਲੇ ਦੇ ਖਾਲਸਾ ਪੰਥ ਦਾ ਝੰਡਾ ਲਾਏ ਜਾਣ ਵਾਲੇ ਲੋਕਾਂ ਨੂੰ ਭੜਕਾਉਣ ਦੇ ਦੋਸ਼ੀ ਠਹਿਰਾਏ ਜਾ ਰਹੇ ਪੰਜਾਬੀ ਗਾਇਕ ਤੇ ਅਦਾਕਾਰ ਦੀਪ ਸਿੱਧੂ ਦੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਆਪਣੇ ਆਪ ਨੂੰ ਬੇਗੁਨਾਹ ਦੱਸਿਆ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜਾ ਕੁਛ ਮੈਂ ਸੁਣ ਰਿਹਾ, ਦੇਖ ਰਿਹਾ, ਬੜਾ ਕੂੜ ਪ੍ਰਚਾਰ ਤੇ ਨਫ਼ਰਤ ਫੈਲਾਈ ਜਾ ਰਹੀ ਹੈ ਮੇਰੇ ਖਿਲਾਫ, ਤੇ ਮੈਂ ਸਭ ਕੁਝ ਪੀ ਰਿਹਾ ਇਸ ਕਰਕੇ ਵੀ ਇੱਕ ਸਾਂਝੀ ਲੜਾਈ ਤੇ ਇੱਕ ਸੰਘਰਸ਼ ਜੋ ਅਸੀਂ ਵਿੱਢਿਆ, ਸਾਡੇ ਮੋਰਚੇ ਨੂੰ ਕੋਈ ਢਾਹ ਨਾ ਲੱਗੇ। ਪਰ ਹੁਣ ਜਿਸ ਪੜਾਅ ਤੇ ਆ ਗਏ ਆ ਨਾ, ਹੁਣ ਕੁਝ ਗੱਲਾਂ ਕਰਨੀਆਂ ਬੜੀਆਂ ਜ਼ਰੂਰੀ ਆ। ਪਹਿਲੀ ਗੱਲ ਤਾਂ ਇਹ 26 ਤਰੀਕ ਤੋਂ ਪਹਿਲਾਂ ਜਿਹੜੀ ਰਾਤ ਸੀ, ਉਸ ਰਾਤ ਨੂੰ ਸਾਡੇ ਨੌਜਵਾਨਾਂ ਨੇ ਤੇ ਹੋਰ ਬਈ ਕਈ ਬੰਦਿਆਂ ਨੇ ਸਟੇਜ ਤੇ ਜਾ ਕੇ ਆਪਦਾ ਰੋਸ ਪ੍ਰਗਟ ਕੀਤਾ। ਕਿਸਾਨ ਆਗੂਆਂ ਕੋਲੇ ਇਹ ਗੱਲ ਕਹੀ ਵੀ ਤੁਸੀਂ ਸਾਨੂੰ ਇੱਥੇ 26 ਤਰੀਕ ਦਾ ਦਿੱਲੀ ਅੰਦਰ ਪਰੇਡ ਕਰਨ ਵਾਸਤੇ ਸੱਦਾ ਦਿੱਤਾ ਸੀ। ਵਾਰ-ਵਾਰ ਸਟੇਜਾਂ ਤੋਂ ਬੜੀਆਂ ਵੱਡੀਆਂ ਗੱਲਾਂ, ਬੜੇ ਵੱਡੇ ਐਲਾਨ ਕੀਤੇ ਸੀ, ਤੇ ਹੁਣ ਜਦੋਂ ਅਸੀਂ ਇੱਥੇ ਆ ਗਏ ਆ ਲਾਸਟ ਮੂਮੈਂਟ ਤੇ ਤੁਸੀਂ ਉਹ ਰੂਟ ਜੋ ਸਰਕਾਰ ਨੇ ਫਾਈਨਲ ਕੀਤਾ ਉੱਥੇ ਸਾਨੂੰ ਲਿਜਾਣ ਨੂੰ ਜਾਂ ਉੱਥੇ ਜਾਣ ਨੂੰ ਕਹਿ ਰਹੇ ਹੋ, ਸੋ ਇਹ ਸਾਨੂੰ ਮਨਜ਼ੂਰ ਨਹੀਂ ਆ। ਸਿਚੁਏਸ਼ਨ ਉੱਥੇ ਇਹੋ ਜੀ ਬਣ ਗਈ ਕਿ ਸਾਡੇ ਆਗੂ ਉੱਥੋਂ ਕਿਨਾਰਾ ਕਰ ਗਏ। ਉਦੋਂ ਬਾਅਦ ਉੱਥੋਂ ਹੋਰ ਵੀ ਬੰਦੇ ਆਏ, ਉਹ ਵੀ ਕਿਨਾਰਾ ਕਰ ਗਏ। ਫਿਰ ਮੈਨੂੰ ਸੁਨੇਹਾ ਭੇਜਿਆ ਨਿਹੰਗ ਸਿੰਘ ਜਥੇਬੰਦੀਆਂ ਦੇ ਜਿਹੜੇ ਸਾਡੇ ਬਾਬਾ ਜੀ ਸੀ, ਉਹਨਾਂ ਨੇ ਕਿਹਾ ਵੀ ਸਿਚੁਏਸ਼ਨ ਇੱਥੇ ਗਰਮਾ ਗਰਮੀ ਹੋ ਗਈ ਆ ਤੇ ਆਓ। ਜਦੋਂ ਮੈਂ ਸਟੇਜ ਤੇ ਪਹੁੰਚਿਆ ਉਦੋਂ ਸਾਰੀ ਸੰਗਤ ਨੂੰ ਮੈਂ ਜਾ ਕੇ ਗੱਲਾਂ ਸਮਝਾਈਆਂ ਔਰ ਆਗੂਆਂ ਦੇ, ਸਾਡੇ ਕਿਸਾਨ ਆਗੂਆਂ ਦੇ ਹੱਕ 'ਚ ਗੱਲਾਂ ਕੀਤੀਆਂ ਵੀ ਇਹ ਸਾਡੇ ਬਜ਼ੁਰਗ ਆ, ਉਹਨਾਂ ਤੇ ਬਹੁਤ ਵੱਡਾ ਪ੍ਰੈਸ਼ਰ ਆ, ਸਾਨੂੰ ਸਮਝਣਾ ਪਊਗਾ, ਸਾਂਝਾ ਫੈਸਲਾ ਲੈਣਾ ਪਊਗਾ। ਉਹਦੇ ਰਾਤ ਦੀ ਮੇਰੀ ਸਪੀਚ ਦੇਖ ਲਓ, ਇਹੀ ਗੱਲ ਹੋਈ ਵੀ ਸਾਂਝਾ ਫੈਸਲਾ ਲਓ, ਸੰਗਤ ਦੇ ਸਮਝ ਦੇ ਹਿਸਾਬ ਨਾਲ ਫੈਸਲਾ ਲਓ। ਜਿਹੜਾ ਸੰਗਤ ਦੇ ਸਮਝ ਨਾਲ ਫੈਸਲਾ ਲਿਆ ਜਾਊਗਾ ਉਹ ਗਲਤ ਨਹੀਂ ਹੋ ਸਕਦਾ, ਕਿਉਂਕਿ ਸੰਗਤ ਦੇ ਕਰਕੇ ਹੀ ਮੋਰਚਾ, ਸੰਗਤ ਦੇ ਕਰਕੇ ਹੀ ਅਸੀਂ ਇੱਥੇ ਖੜੇ ਆ। ਪਰ ਉਸ ਦਿਨ ਆਗੂਆਂ ਦੀ ਗੱਲ ਇਹ ਸਮਝ 'ਚ ਨਹੀਂ ਆਈ। ਉਹਨਾਂ ਨੇ ਮਾਰਚ ਅਗਲੇ ਦਿਨ ਜਦੋਂ ਕੱਢਿਆ, ਜਿਹੜਾ ਰੂਟ ਦਿੱਲੀ ਪੁਲਿਸ ਨੇ ਤੇ ਕਿਸਾਨ ਆਗੂਆਂ ਨੇ ਫਾਈਨਲ ਕੀਤਾ ਸੀ, ਉਸ ਰੂਟ ਤੇ 3000 ਬੰਦੇ ਵੀ ਨਹੀਂ ਸੀ, ਤੇ ਸੰਗਤ ਆਪ ਮੁਹਾਰੀ ਸਿੰਘੂ ਬਾਰਡਰ ਤੋਂ ਵੀ, ਗਾਜ਼ੀਆਬਾਦ ਬਾਰਡਰ ਤੋਂ ਵੀ, ਟਿਕਰੀ ਬਾਰਡਰ ਤੋਂ ਵੀ, ਤੇ ਰਾਜਸਥਾਨ ਵਾਲੇ ਪਾਸਿਓਂ ਵੀ ਲਾਲ ਕਿਲੇ ਨੂੰ ਤੁਰ ਪਈ। ਹੁਣ ਇੱਥੇ ਕਿਸੇ ਦੀ ਅਗਵਾਈ 'ਚ ਨਹੀਂ, ਆਪ ਮੁਹਾਰੀ ਇੱਕ ਵਹਿਣ ਜਿਹੜਾ ਲਾਲ ਕਿਲੇ ਵੱਲ ਨੂੰ ਵਹਿ ਗਿਆ ਤੇ ਉਧਰ ਨੂੰ ਤੁਰ ਪਏ। ਲਾਲ ਕਿਲੇ ਜਾ ਕੇ ਜਦੋਂ ਗੇਟ ਟੁੱਟਿਆ, ਉਦੋਂ ਬਾਅਦ ਮੈਂ ਪਹੁੰਚਿਆ ਉੱਥੇ, ਉਦੋਂ ਤੱਕ ਅੰਦਰ ਹਜ਼ਾਰਾਂ ਲੋਕ ਸਾਡੇ, ਤੇ ਮੇਰੇ ਖਿਆਲ 'ਚ ਕੋਈ ਸੈਂਕੜੇ ਟਰੈਕਟਰ ਉਦੋਂ ਤੱਕ ਉਸ ਪੂਰੀ ਸੜਕ ਤੇ, ਲਾਲ ਕਿਲੇ ਵਾਲੀ ਸੜਕ ਤੇ ਦਾਖਲ ਹੋ ਚੁੱਕੇ ਸੀ। ਲਾਲ ਕਿਲੇ ਦੇ ਅੰਦਰ ਹਜ਼ਾਰਾਂ ਲੋਕ ਦਾਖਲ ਹੋ ਚੁੱਕੇ ਸੀ। ਮੈਂ ਉਸ ਪੂਰੀ ਸੜਕ ਤੇ ਭੱਜ ਕੇ ਗਿਆ। ਅੰਦਰ ਜਾ ਕੇ ਜਦੋਂ ਦੇਖਿਆ, ਉੱਥੇ ਸਾਡਾ ਕੋਈ ਕਿਸਾਨ ਆਗੂ ਨਹੀਂ, ਕੋਈ ਹੋਰ ਇਹੋ ਜਿਹਾ ਬੰਦਾ ਨਹੀਂ ਜਿਨ੍ਹਾਂ ਨੇ ਬੜੀਆਂ ਗਰਮ ਗੱਲਾਂ ਸਟੇਜਾਂ ਤੋਂ ਤੇ ਹੋਰ ਲਾਈਵ ਹੋ ਕੇ ਕੀਤੀਆਂ ਵੀ ਅਸੀਂ ਤਾਂ ਦਿੱਲੀ ਦੇ ਅੰਦਰ, ਦਿੱਲੀ ਦੀ ਜਿਹੜਾ ਧੌਣ ਤੇ ਗੋਡਾ ਰੱਖਾਂਗੇ, ਬੜਾ ਕੁਝ ਕਿਹਾ ਗਿਆ। ਪਰ ਉੱਥੇ ਮੌਕੇ ਤੇ ਕੋਈ ਨਹੀਂ। ਜਦੋਂ ਕੋਈ ਨਹੀਂ ਤਾਂ ਇੱਕ ਕੱਲਾ ਮੈਂ, ਸੰਗਤ ਨੇ ਜਦੋਂ ਦੇਖਿਆ ਤੇ ਮੈਨੂੰ ਖਿੱਚ ਕੇ ਉੱਤੇ ਲੈ ਗਏ ਵੀ ਬਾਈ ਉੱਤੇ ਸਾਡੇ ਬੰਦੇ ਆ ਤੇ ਚਲੋ ਚੱਲੀਏ। ਹੁਣ ਉੱਤੇ ਇੱਕ ਖਾਲੀ ਜਿਹੜੀ ਝੰਡਾ ਲਾਉਣ ਵਾਲੀ, ਉਹ ਆਪਣਾ ਡੰਡਾ ਹੁੰਦਾ, ਇੱਕ ਪੋਸਟ ਹੁੰਦੀ ਆ, ਫਲੈਗ ਪੋਸਟ ਕਹਿੰਦੇ ਆ ਉਹਨੂੰ, ਉਹ ਖਾਲੀ ਪਈ ਸੀ। ਉਹਦੇ ਤੇ ਇੱਕ ਕਿਸਾਨੀ ਦਾ ਤੇ ਇੱਕ ਨਿਸ਼ਾਨ ਸਾਹਿਬ, ਇਹ ਦਰਜ ਕਰਾਉਣ ਵਾਸਤੇ ਵੀ ਸਾਡਾ ਰੋਸ ਆ, ਅਸੀਂ ਆਪਦੇ ਹੱਕ ਲੈਣ ਆਏ ਆ। ਤੇ ਉੱਥੇ 2 ਝੰਡੇ ਲਾਏ ਗਏ ਤੇ ਪਿੱਛੇ ਸਾਡਾ ਜਿਹੜਾ ਨੈਸ਼ਨਲ ਫਲੈਗ ਆ ਉਹ ਲੱਗਿਆ ਹੋਇਆ ਸੀ। ਇਹ ਗੱਲ ਜਦੋਂ ਅਸੀਂ ਸਮਝਦੇ ਆ, ਅੱਛਾ ਕਿਸੇ ਦੇ ਮਨ 'ਚ ਕੋਈ ਡਰ ਨਹੀਂ, ਕੋਈ ਭੈ ਨਹੀਂ। ਕਿਉਂਕਿ ਕਿਸੇ ਨੇ ਕੋਈ ਗੱਲ ਗਲਤ ਤਾਂ ਕੀਤੀ ਨਹੀਂ, ਨਾ ਉੱਥੇ ਕੋਈ ਹਿੰਸਾ ਕੀਤੀ, ਨਾ ਕਿਸੇ ਪਬਲਿਕ ਪ੍ਰਾਪਰਟੀ ਨੂੰ ਅਸੀਂ ਡਿਸਟਰੋਏ ਕੀਤਾ ਜਾਂ ਉਹਨਾਂ ਨੂੰ ਨੁਕਸਾਨ ਪਹੁੰਚਾਇਆ, ਨਾ ਕਿਸੇ ਬੰਦੇ ਨੂੰ ਅਸੀਂ ਮਾਰਿਆ ਕੁੱਟਿਆ, ਨਾ ਸਾਡੇ ਬੰਦੇ ਤੇ ਕੋਈ ਇਹੋ ਜੀ ਗੱਲ ਹੋਈ ਵੀ ਕੋਈ ਫੱਟੜ ਹੋ ਗਿਆ ਹੋਵੇ ਜਾਂ ਸਾਡੇ ਬੰਦੇ ਤੇ ਕੋਈ ਕਿਸੇ ਨੇ ਡੰਡੇ ਚਲਾਏ। ਹੁਣ ਬੜਾ ਜਾਬਤੇ 'ਚ ਰਹਿ ਕੇ ਅਸੀਂ ਸਾਰੀਆਂ ਗੱਲਾਂ ਕੀਤੀਆਂ। ਕੋਈ ਭੈ ਨਹੀਂ, ਜਾਹੋ ਜਲਾਲ ਵੀ ਦੇਖੋ ਅਸੀਂ ਆਪਦਾ ਰੋਸ,
ਆਪਦੇ ਹੱਕ ਲੈਣ ਆਏ ਆ ਤੇ ਸਰਕਾਰ ਨੂੰ ਦਿਖਾ ਰਹੇ ਆ ਵੀ ਅੱਜ ਸਾਡੇ ਹੱਕ ਸਾਨੂੰ ਦਿੱਤੇ ਜਾਣ। ਇਹਨਾਂ ਗੱਲਾਂ ਤੇ ਗੌਰ ਕੀਤਾ ਜਾਵੇ, ਕਿਉਂਕਿ ਪਿਛਲੇ 6 ਮਹੀਨਿਆਂ ਤੋਂ ਜਿਸ ਤਰ੍ਹਾਂ ਦਾ ਜੋ ਸਰਕਾਰ ਨੇ ਆਪਦਾ ਰਵੱਈਆ ਸਾਡੇ ਤਰਫ ਦਿਖਾਇਆ ਉਹ ਬਹੁਤ ਹੀ ਆਪਾਂ ਕਹਿ ਲਈਏ ਵੀ ਚੰਗਾ ਨਹੀਂ ਆ। ਉਹ ਤਾਂ ਸਾਡੀ ਬਾਰ-ਬਾਰ ਬੇਇੱਜ਼ਤੀ ਕਰਦੇ ਰਹੇ। ਹੁਣ ਉੱਥੇ 2 ਝੰਡੇ ਲਾਏ ਗਏ, ਝੰਡਾ ਲਾਉਣ ਤੋਂ ਬਾਅਦ ਨਿਸ਼ਾਨ ਸਾਹਿਬ ਤੇ ਕਿਸਾਨੀ ਦਾ ਝੰਡਾ ਤੇ ਪਿੱਛੇ ਸਾਡਾ ਨੈਸ਼ਨਲ ਫਲੈਗ ਲੱਗਿਆ। ਇਹ ਜਿਹੜੀ ਇਹ ਡਾਈਵਰਸਿਟੀ ਆ, ਜਿਹਨੂੰ ਅਸੀਂ ਡਾਈਵਰਸਿਟੀ ਕਹਿੰਦੇ ਆ, ਇਹਨੂੰ ਸਾਨੂੰ ਸਮਝਣਾ ਚਾਹੀਦਾ। ਇੱਕ ਪਾਸੇ ਸਾਡਾ ਨੈਸ਼ਨਲ ਫਲੈਗ ਆ, ਦੂਜੇ ਪਾਸੇ ਨਿਸ਼ਾਨ ਸਾਹਿਬ ਆ, ਤੀਜੇ ਪਾਸੇ ਸਾਡਾ ਜਿਹੜਾ ਕਿਸਾਨੀ ਦਾ ਝੰਡਾ, ਤੇ ਇਹਨਾਂ ਤਿੰਨਾਂ ਝੰਡਿਆਂ ਦੇ ਅਧੀਨ ਨਿਸ਼ਾਨ ਸਾਹਿਬ ਦੀ ਅਗਵਾਈ 'ਚ ਤੇ ਸਾਡਾ ਨੈਸ਼ਨਲ ਫਲੈਗ, ਉਦੋਂ ਬਾਅਦ ਕਿਸਾਨੀ ਦਾ ਝੰਡਾ, ਇਹਨਾਂ ਤਿੰਨਾਂ ਦੀ ਅਗਵਾਈ 'ਚ ਇਹ ਜਿਹੜਾ ਕਿਸਾਨੀ ਸੰਘਰਸ਼ ਲੜਿਆ ਜਾ ਰਿਹਾ। ਕੋਈ ਉੱਥੇ ਤੁਸੀਂ ਦੇਖੋ ਮੈਦਾਨ 'ਚ ਵੀ ਲਾਲ ਕਿਲੇ ਦੇ ਕੋਈ ਉੱਥੇ ਨਿਸ਼ਾਨ ਸਾਹਿਬ ਚੱਕੀ ਫਿਰਦਾ, ਕੋਈ ਉੱਥੇ ਆਪਦਾ ਕਿਸਾਨੀ ਵਾਲਾ ਝੰਡਾ ਚੱਕੀ ਫਿਰਦਾ, ਕੋਈ ਉੱਥੇ ਤਿਰੰਗਾ ਚੱਕੀ ਫਿਰਦਾ। ਸੋ ਇਹ ਜਿਹੜੀ ਵੰਨ ਸਵੰਨਤਾ ਨਾ, ਇਹਨੂੰ ਰਿਸਪੈਕਟ ਦਿਓ, ਇਹਨੂੰ ਐਕਸੈਪਟ ਕਰੋ, ਇਹਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਆ। ਤੇ ਜੇ ਤੁਸੀਂ ਕਹੋ ਵੀ ਇਹ ਗੱਲ ਕਰਕੇ ਮੈਂ ਗਦਾਰ ਹੋ ਗਿਆ, ਤਾਂ ਫਿਰ ਉੱਥੇ ਜਿਹੜੇ 3-5 ਲੱਖ ਬੰਦੇ ਬੈਠੇ ਸੀ ਉਹ ਵੀ ਗਦਾਰ ਹੋ ਗਏ, ਫਿਰ ਤਾਂ ਸਾਰੇ ਹੀ ਗਦਾਰ ਹੋ ਗਏ। ਇਹ ਗੱਲਾਂ ਨੂੰ ਤੁਸੀਂ ਇੱਕ ਬੰਦੇ ਤੇ ਥੋਪ ਦੋਗੇ ਤੇ ਉਸ ਬੰਦੇ ਨੂੰ ਤੁਸੀਂ ਗਦਾਰੀ ਦਾ ਸਰਟੀਫਿਕੇਟ ਵੰਡ ਦੋਗੇ। ਮੈਨੂੰ ਲੱਗਦਾ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਇਹੋ ਜਿਹੀਆਂ ਗੱਲਾਂ ਕਰਦੇ ਹੋਏ। ਜੇ ਕਿਤੇ ਸਾਡੀ ਕਿਸਾਨ ਲੀਡਰਸ਼ਿਪ ਜਾਂ ਹਰ ਬੰਦਾ ਉੱਤੇ ਸਟੈਂਡ ਲੈ ਜਾਂਦਾ, ਖੜ ਜਾਂਦਾ, ਕਹਿੰਦਾ ਦੇਖੋ ਸਾਡੇ ਕਿਸਾਨਾਂ ਨੇ ਕੀ ਕਰ ਦਿਖਾਇਆ, ਤੇ ਜੇ ਇਹਨਾਂ ਕਿਸਾਨਾਂ ਦੇ ਹੱਕ ਨਾ ਦਿਓਗੇ ਇਹ ਕਿਸਾਨ ਕੁਝ ਵੀ ਕਰ ਸਕਦੇ ਆ, ਕਿੱਡਾ ਵੱਡਾ ਪ੍ਰੈਸ਼ਰ ਪੈਣਾ ਸੀ ਸਰਕਾਰ ਤੇ। ਪਰ ਨਹੀਂ, ਸਾਡੇ ਬੰਦਿਆਂ ਨੇ ਤਾਂ ਮੈਨੂੰ ਗਦਾਰੀ ਦਾ ਸਰਟੀਫਿਕੇਟ ਵੰਡਤਾ। ਹੁਣ ਤੁਸੀਂ ਇਹ ਗੱਲਾਂ ਨੂੰ ਜਦੋਂ ਸਮਝਦੇ ਹੀ ਨਹੀਂ ਹੋ, ਫਿਰ ਤੁਸੀਂ ਕਹਿ ਰਹੇ ਹੋ ਵੀ ਅਸੀਂ ਇੱਕ ਆ। ਕਿਹੜਾ ਇੱਕ ਆ? ਉਦੋਂ ਦਾ ਮੈਂ ਉਹਦੇ ਰਾਤ ਨੂੰ ਵੀ ਜਿਹੜੀ ਸਪੀਚ ਦਿੱਤੀ, ਲਾਈਵ ਸੈਸ਼ਨ ਵੀ ਕੀਤਾ, ਉਹਦੇ 'ਚ ਵੀ ਇਹੀ ਗੱਲ ਕੀਤੀ ਵੀ ਸਾਂਝੇ ਫੈਸਲੇ ਲਓ ਤੇ ਏਕਾ ਰੱਖੋ। ਸਾਂਝਾ ਫੈਸਲਾ ਲਓਗੇ, ਸੰਗਤ ਦੀ ਸਮਝ ਦੇ ਹਿਸਾਬ ਨਾਲ ਫੈਸਲਾ ਲਓਗੇ, ਉਹ ਫੈਸਲਾ ਠੀਕ ਹੀ ਠੀਕ ਆ। ਪਰ ਇਹ ਗੱਲ ਕਦੇ ਨਹੀਂ ਵਿਚਾਰੀ ਗਈ। ਉਲਟਾ ਜਦੋਂ ਸੰਗਤ ਆਪ ਮੁਹਾਰੀ ਹੋ ਕੇ ਤੁਰ ਪਈ ਤਾਂ ਉਸ ਵੇਲੇ ਇੱਕ ਬੰਦੇ ਨੂੰ ਲੱਭ ਕੇ ਉਹਨੂੰ ਕਸੂਰਵਾਰ ਠਹਿਰਾ ਕੇ ਆ ਕੇ ਇਹਨੇ ਕਿਸਾਨੀ ਸੰਘਰਸ਼ ਨੂੰ ਢਾਹ ਲਾਇਆ। ਬਈ ਕਿਹੜਾ ਢਾਹ ਲਾਇਆ ਦੱਸੋ? 26 ਤਰੀਕ ਤੋਂ ਬਾਅਦ ਜਦੋਂ ਸੰਗਤ ਫੈਸਲਾ ਕਰਕੇ ਆਈ ਹੋਵੇ ਵੀ ਅਸੀਂ ਦਿੱਲੀ ਦੇ ਅੰਦਰ ਜਾ ਕੇ ਰੋਸ ਮਾਰਚ ਕਰਨਾ, ਕਿਉਂਕਿ ਉਹ ਫੈਸਲਾ ਤੁਸੀਂ ਉਹ ਦਿੱਤਾ ਸੀ ਤੇ ਬਾਅਦ 'ਚ ਤੁਸੀਂ ਬਦਲ ਗਏ। ਸੰਗਤ ਨੇ ਤਾਂ ਆਪਦਾ ਫੈਸਲਾ ਉਹਦੇ ਤੇ ਕਰ ਲਿਆ ਸੀ ਵੀ ਹਾਂ ਅਸੀਂ ਦਿੱਲੀ ਦੇ ਅੰਦਰ ਜਾ ਕੇ ਰੋਸ ਮਾਰਚ ਕਰਨਾ, ਤੇ ਉੱਥੇ ਲੱਖਾਂ ਲੋਕ ਕਿਸੇ ਇੱਕ ਬੰਦੇ ਦੇ ਕਹਿਣੇ 'ਚ ਨਹੀਂ ਹੋ ਸਕਦੇ। ਜੇ ਕਿ ਲੱਖਾਂ ਲੋਕ ਮੇਰੇ ਕਹਿਣੇ 'ਚ ਮੈਂ ਭੜਕਾਤੇ, ਫਿਰ ਤੁਹਾਡੇ ਕਾਹਦੇ, ਤੁਸੀਂ ਕਾਹਦੇ ਲੀਡਰ ਰਹਿ ਗਏ? ਫਿਰ ਤਾਂ ਸਾਰਾ ਕੈਡਰ ਹੀ ਮੇਰਾ। ਕਿਹੋ ਜਿਹੀਆਂ ਤੁਸੀਂ ਇੱਕ ਦਿਨ ਪਹਿਲਾਂ ਇਹ ਕਹਿੰਦੇ ਹੋ ਵੀ ਦੀਪ ਸਿੱਧੂ ਦੀ ਕੋਈ ਕੰਟਰੀਬਿਊਸ਼ਨ ਨਹੀਂ ਆ, ਦੂਜੇ ਦਿਨ ਇਹ ਕਹਿੰਦੇ ਹੋ ਦੀਪ ਸਿੱਧੂ ਮਗਰ ਲਾ ਕੇ ਲੈ ਗਿਆ ਬੰਦਿਆਂ ਨੂੰ। ਮੈਨੂੰ ਸਮਝ ਨਹੀਂ ਆਉਂਦੀ ਤੁਸੀਂ ਗੱਲਾਂ ਕੀ ਕਰ ਰਹੇ ਹੋ। ਹਜੇ ਤੱਕ ਤੁਹਾਨੂੰ ਏਕੇ ਦੀ ਸਮਝ ਨਹੀਂ ਆਈ, ਹਜੇ ਤੱਕ ਤੁਸੀਂ ਇੱਕ ਦੂਜੇ ਦੀਆਂ ਲੱਤਾਂ ਖਿੱਚਦੇ ਹੋ, ਹਜੇ ਤੱਕ ਤੁਸੀਂ ਤੌਹਮਤਾਂ ਲਾਈ ਜਾਂਦੇ ਹੋ। ਦੂਜੀ ਗੱਲ, ਜਦੋਂ ਇਹ ਗੱਲ ਕਰਨੀ ਬੜੀ ਜ਼ਰੂਰੀ ਆ, ਮੈਨੂੰ ਆਰਐਸਐਸ ਦਾ ਬੀਜੇਪੀ ਦਾ ਬੰਦਾ ਕਹਿ ਰਹੇ ਹੋ, ਲਾਲ ਕਿਲੇ ਤੇ ਨਿਸ਼ਾਨ ਸਾਹਿਬ ਤੇ ਕਿਸਾਨੀ ਦਾ ਝੰਡਾ ਕੋਈ ਆਰਐਸਐਸ ਦਾ ਬੀਜੇਪੀ ਦਾ ਬੰਦਾ ਲਾਊਗਾ? ਇਹਨੂੰ ਸੋਚ ਕੇ ਤਾਂ ਦੇਖੋ, ਕੋਈ ਤਾਂ ਇਹਦੇ ਪਿੱਛੇ ਲੌਜਿਕ ਹੋਵੇ। ਅੱਛਾ, ਅਗਲੀ ਗੱਲ, ਕੋਈ ਕਾਂਗਰਸ ਦਾ ਬੰਦਾ ਲਾਊਗਾ? ਕੋਈ ਉਹ ਬੰਦਾ ਲਾਊਗਾ ਜਿਹਨੇ ਕੱਲ ਨੂੰ ਚੋਣਾਂ ਲੜਨੀਆਂ? ਨਹੀਂ, ਉੱਥੇ ਕੋਈ ਸੱਚਾ ਤੇ ਸੁੱਚਾ ਬੰਦਾ ਹੀ ਲਾਊਗਾ। ਤੇ ਜਿੰਨੀਆਂ ਰੂਹਾਂ ਉੱਥੇ ਸੀਗੀਆਂ ਉਹ ਸੱਚੀਆਂ ਸੁੱਚੀਆਂ ਸੀ। ਤੁਸੀਂ ਇੱਕ ਬੰਦੇ ਨੂੰ ਗਦਾਰ ਕਹਿ ਕੇ, ਤੇ ਉਹ ਵੀ ਸਾਰੇ ਗਦਾਰ ਹੀ ਹੋਏ ਫਿਰ ਤਾਂ ਜਿਹੜੇ ਉੱਥੇ ਗਏ ਸੀ। ਕਿੱਡੀ ਵੱਡੀ ਤੁਸੀਂ ਇਹ ਜਿਹੜੀ ਆਪਾਂ ਕਹਿ ਲਈਏ ਵੀ ਤੁਹਾਡੀ ਬਦਨੀਤੀ ਸਾਹਮਣੇ ਆ ਰਹੀ ਹੈ ਇਸ ਗੱਲ ਤੋਂ। ਕਿੱਡੀ ਤੁਹਾਡੇ ਅੰਦਰ ਦਰਦ ਹੀ ਨਹੀਂ ਹੈ ਕਿਸੇ ਗੱਲ ਲਈ। ਗੱਲ ਦੀ ਸਮਝ, ਮੈਨੂੰ ਲੱਗਦਾ ਜਾਂ ਤਾਂ ਤੁਸੀਂ ਸਮਝਣਾ ਨਹੀਂ ਚਾਹੁੰਦੇ ਜਾਂ ਸਮਝਦੇ ਹੋਏ ਵੀ ਨਹੀਂ ਸਮਝ ਰਹੇ ਵੀ ਇੱਕ ਬੰਦੇ ਤੇ ਕਸੂਰ ਉਹਦੇ ਤੇ ਥੋਪੋ। ਕਿਉਂਕਿ ਜਿਹੜੇ ਫੈਸਲੇ ਲਏ ਆ ਅੱਜ ਤੱਕ ਤੁਸੀਂ, ਉਹ ਫੈਸਲੇ ਆਪ ਮੁਹਾਰੇ, ਤੇ ਕਿਸੇ ਨਾ ਕਿਸੇ ਤੁਹਾਡੇ ਅੰਦਰ ਐਡੀ ਵੱਡੀ ਈਰਖਾ ਤੇ ਸਭ ਤੋਂ ਵੱਡੀ ਗੱਲ ਹੰਕਾਰ। ਇੰਨੇ ਹੰਕਾਰੇ ਫਿਰਦੇ ਹੋ ਵੀ ਕਿਸੇ ਦੀ ਗੱਲ ਹੀ ਨਹੀਂ ਸੁਣਦੇ। ਜੋ ਫੈਸਲਾ ਅਸੀਂ ਕਰਤਾ ਉਹੀ ਮੰਨਣਾ ਪਊਗਾ। ਆਹ ਭਾਸ਼ਾ ਤੁਹਾਡੀ। ਹੁਣ ਤੁਸੀਂ ਦੇਖੋ, ਇਹ ਭਾਸ਼ਾ ਨਾਲ, ਇਹ ਤਾਂ ਸਰਕਾਰ ਦੀ ਭਾਸ਼ਾ ਹੁੰਦੀ ਆ, ਫਿਰ ਤੁਹਾਡੇ ਤੇ ਸਰਕਾਰ 'ਚ ਤਾਂ ਕੋਈ ਫਰਕ ਹੀ ਨਹੀਂ ਰਹਿ ਗਿਆ। ਇਹੀ ਗੱਲਾਂ ਸਰਕਾਰ ਕਰਦੀ ਆ, ਇਹੀ ਤੁਸੀਂ ਕਰੀ ਜਾਂਦੇ ਹੋ। ਜੇ ਐਂ ਚੱਲਦਾ ਰਿਹਾ ਤਾਂ ਕੋਈ ਵੀ ਨੌਜਵਾਨ ਬੰਦਾ,
ਕੱਲ ਨੂੰ ਉੱਠ ਕੇ ਆਪਦੇ ਲੋਕਾਂ ਲਈ ਜਜ਼ਬਾਤਾਂ ਦੇ ਆਧਾਰ ਤੇ ਨਹੀਂ ਲੜੂਗਾ, ਕੋਈ ਨਹੀਂ ਆਊਗਾ। ਤੁਸੀਂ ਤਾਂ ਅਗਲੇ ਨੂੰ ਖੁੱਡੇ ਲੈਣ ਵਾੜ ਦਿੰਦੇ ਹੋ, ਤੁਸੀਂ ਤਾਂ ਗਦਾਰੀ ਦਾ ਸਰਟੀਫਿਕੇਟ ਵੰਡ ਦਿੰਦੇ ਹੋ। ਫਿਰ ਕਿਹਨੇ ਲੜਨਾ ਆ ਕੇ? ਫਿਰ ਸਾਰਾ ਸਿਸਟਮ ਜੋ ਸਰਕਾਰਾਂ ਚਲਾਉਂਦੀਆਂ ਉਵੇਂ ਹੀ ਚੱਲੂਗਾ, ਤੇ ਜਾਂ ਤੁਹਾਡੇ ਹੱਥਾਂ 'ਚ ਆ ਜਾਂਦਾ ਤੁਸੀਂ ਚਲਾਉਣੇ ਉਵੇਂ ਹੀ ਚੱਲੂਗਾ। ਇੱਥੇ ਤਾਂ ਪਰਿਵਾਰਵਾਦ ਹੀ ਰਹੂ, ਜਾਂ ਜਿਹੜੇ ਲੀਡਰ ਬਣਦੇ ਆ, ਜਿਹੜੇ ਬਣੇ ਹੋਏ ਆਲਰੇਡੀ, ਉਹਨਾਂ ਦੇ ਗਾਂ ਬੱਚੇ ਲੀਡਰ ਬਣ ਜਾਂਦੇ ਆ। ਇੱਥੋਂ ਕੋਈ ਸਾਡੇ ਵਰਗਿਆਂ 'ਚ ਉੱਠ ਕੇ ਤਾਂ ਆਖੇ ਅਸੀਂ ਲੀਡਰ ਬਣ ਤਾਂ ਆਏ ਵੀ ਨਹੀਂ, ਪਰ ਸੱਚੀਆਂ ਤੇ ਸੁੱਚੀਆਂ ਗੱਲਾਂ ਵੀ ਨਹੀਂ ਕਰ ਸਕਦੇ। ਤੁਸੀਂ ਇਹ ਗੱਲ ਨੂੰ ਸਟੈਂਡ ਤਾਂ ਕੀ ਲੈਣਾ ਸੀ ਜੋ ਉਦੋਂ ਸਾਡੀ ਸੰਗਤ ਨੇ ਕਰ ਦਿਖਾਇਆ। ਉਲਟਾ ਤੁਸੀਂ ਇੱਕ ਬੰਦੇ ਨੂੰ ਲੱਭ ਕੇ ਉਹਦੇ ਉਲਟ ਹੋ ਗਏ, ਉਹਦੇ ਤੇ ਸਭ ਕੁਝ ਮੜਤਾ ਤੇ ਉਹਨੂੰ ਗਦਾਰ ਕਹਿਤਾ। ਉਹ ਭਲੇ ਲੋਕੋ, ਤੁਹਾਨੂੰ ਉਸ ਦਿਨ ਨੂੰ ਸੈਲੀਬ੍ਰੇਟ ਕਰਨਾ ਚਾਹੀਦਾ ਸੀ। ਜੇ 26 ਨਵੰਬਰ ਨੂੰ ਅਸੀਂ ਜਦੋਂ ਬੈਰੀਕੇਡ ਭੰਨੇ ਸੀ ਸ਼ੰਭੂ ਬਾਰਡਰ ਤੋਂ ਚੱਲ ਕੇ, ਉਦੋਂ ਸਰਕਾਰ ਜਗਾਈ ਸੀ ਨਾ, ਤਾਂ 26 ਜਨਵਰੀ ਨੂੰ ਵੀ ਅਸੀਂ ਸਰਕਾਰ ਜਗਾਈ ਸੀ। ਅੰਨੀ ਤੇ ਬੋਲੀਆਂ ਸਰਕਾਰਾਂ ਨੂੰ ਤੇ ਉਹ ਸਾਰੀਆਂ ਨੈਸ਼ਨਲ ਜਿਹੜੀਆਂ ਸਾਡੀਆਂ ਪੋਲੀਟੀਕਲ ਪਾਰਟੀ ਆ ਜਾਂ ਪੋਲੀਟੀਕਲ ਕਲਾਸ ਸਾਰੀ ਜਿਹੜੀ ਬੈਠੀ ਆ, ਉਹਨਾਂ ਦੇ ਅੱਖਾਂ ਤੇ ਕੰਨ ਖੋਲੇ ਸੀ ਅਸੀਂ ਉੱਤੇ। ਤੁਹਾਨੂੰ ਇਹਨਾਂ ਗੱਲਾਂ ਦੀ ਸਮਝ ਹੀ ਨਹੀਂ ਆ। ਤੁਹਾਨੂੰ ਸਟੈਂਡ ਲੈਣਾ ਚਾਹੀਦਾ ਸੀ। ਦੀਪ ਸਿੱਧੂ ਨੇ ਕਿਸੇ ਮੋਰਚੇ ਨੂੰ ਢਾਹ ਨਹੀਂ ਲਾਈ ਆ। ਦੀਪ ਸਿੱਧੂ ਕਦੇ ਵੀ, ਹੁਣ ਵੀ ਸਿੰਘੂ ਦੇ ਕੋਲੇ ਹੀ ਖੜੇ ਆ, ਹਜੇ ਵੀ ਨਹੀਂ ਭੱਜੇ। ਤੁਸੀਂ ਇੱਕ ਹੋਰ ਗੱਲ ਕੀਤੀ ਕਿ ਦੀਪ ਸਿੱਧੂ ਮੋਟਰਸਾਈਕਲ ਲੈ ਕੇ ਭੱਜ ਗਿਆ। ਮੈਂ ਟਰੈਕਟਰ ਤੇ ਬੈਠ ਕੇ ਉੱਥੋਂ ਲਾਈਵ ਕੀਤਾ। ਉਦੋਂ ਬਾਅਦ ਕੁਝ ਬੰਦੇ ਜਿਹੜੇ ਯੂਨੀਅਨ ਦੇ ਬੰਦੇ ਸੀ, ਫਿਰ ਕਿਸਾਨ ਯੂਨੀਅਨ ਦੇ, ਉਹਨਾਂ ਨੇ ਆ ਕੇ ਇਹ ਕਿਹਾ ਵੀ ਇਸ ਬੰਦੇ ਨੇ ਸਾਰੀ ਹਿੰਸਾ ਕੀਤੀ ਆ। ਕਿਹੜੀ ਹਿੰਸਾ ਕੀਤੀ ਆ? ਕੋਈ ਬੰਦਾ ਮਰਿਆ, ਕੋਈ ਫੱਟੜ ਹੋਇਆ? ਲਾਲ ਕਿਲੇ 'ਚ ਅਸੀਂ ਕਿਸੇ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਇਆ? ਜਾਂ ਕਿਸੇ ਉੱਥੇ ਜਿਹੜੇ ਸਾਡੀ ਪੁਲਿਸ ਸੀ, ਜਿਹੜੀ ਦਿੱਲੀ ਪੁਲਿਸ ਸੀ, ਉਹਨੂੰ ਨੁਕਸਾਨ ਪਹੁੰਚਾਇਆ? ਉਲਟਾ ਪੁਲਿਸ ਦੇ ਨਾਲ ਲੱਗ ਕੇ ਜਦੋਂ ਝੰਡੇ ਉੱਤੇ ਵਿਰੋਧ ਅਸੀਂ ਕਰਨ ਲਈ ਲਾਤੇ, ਉਹ ਪੁਲਿਸ ਦੇ ਨਾਲ, ਉਹ ਪੁਲਿਸ ਵਾਲੇ ਸਾਨੂੰ ਆ ਕੇ ਕਹਿੰਦੇ ਯਾਰ ਤੁਹਾਡੇ ਵਰਗੇ ਬੰਦੇ ਨਹੀਂ ਦੇਖੇ, ਕਿਸੇ ਨੇ ਕੁਛ ਨੁਕਸਾਨ ਨਹੀਂ ਪਹੁੰਚਾਇਆ। ਤੇ ਪੁਲਿਸ ਨੇ ਨਾਲ ਲੱਗ ਕੇ ਇਹ ਕਿਹਾ ਵੀ ਚਲੋ ਠੀਕ ਆ, ਤੁਸੀਂ ਜੋ ਕਰਨਾ ਕਰ ਲਓ, ਤੇ ਉਦੋਂ ਬਾਅਦ ਪਲੀਜ਼ ਇੱਥੋਂ ਚਲੇ ਜਾਇਓ। ਹੁਣ ਅਗਲੀ ਗੱਲ, ਮੋਟਰਸਾਈਕਲ ਲੈ ਕੇ ਭੱਜਿਆ। ਉਹ ਜਦੋਂ ਮੈਂ ਲਾਈਵ ਕੀਤਾ ਟਰੈਕਟਰ ਤੇ ਬਹਿ ਕੇ, ਕੁਝ ਬੰਦੇ ਕਿਸੇ ਖਾਸ ਕਿਸਾਨ ਯੂਨੀਅਨ ਦੇ ਜਿਹੜੇ ਸੀਗੇ, ਉਹਨਾਂ ਨੇ ਇਹ ਗੱਲ ਕਹੀ ਵੀ ਇਸ ਬੰਦੇ ਨੇ ਹਿੰਸਾ। ਕਿਹੜੀ ਹਿੰਸਾ ਭੜਕਾਈ ਆ? ਦੱਸੋ ਤਾਂ ਸਹੀ। ਕੋਈ ਬੰਦਾ ਮਰਿਆ ਹੋਵੇ, ਕਿਸੇ ਦੀਆਂ ਲੱਤਾਂ ਟੁੱਟੀਆਂ ਹੋਣ, ਕਿਸੇ ਦੇ ਮੋਢੇ, ਕਿਸੇ ਦੀਆਂ ਬਾਹਾਂ ਟੁੱਟੀਆਂ ਹੋਣ ਯਾਰ। ਸੋ ਐਨੀਵੇਜ਼ ਉਹਨਾਂ ਨੇ ਇਹ ਗੱਲ ਕੀਤੀ। ਹੋਰ 4-5 ਬੰਦੇ ਆ ਗਏ ਤੇ ਸਾਡੇ ਬੰਦਿਆਂ ਨੇ ਜਿਹੜੇ ਉੱਥੇ, ਕੁਝ ਮੈਨੂੰ ਤਾਂ ਜਾਣਦੇ ਵੀ ਨਹੀਂ, ਮੈਂ ਤਾਂ ਇਕੱਲਾ ਫਿਰਦਾ ਸੀ। ਜਦੋਂ ਲਾਲ ਕਿਲੇ ਤੋਂ ਉਹ ਅਸੀਂ ਦੋਨੇ ਝੰਡੇ ਉੱਤੇ ਲਾ ਕੇ ਥੱਲੇ ਆਏ ਆ, ਲੋਕਾਂ ਨੇ ਹੱਥਾਂ ਤੇ ਚੱਕ ਲਿਆ। ਲੋਕਾਂ ਨੇ ਕਿਹਾ ਬਾਈ ਟਰੈਕਟਰ ਤੇ ਖੜਾ ਹੋ ਕੇ ਬੋਲ ਕੁਛ। ਉੱਥੋਂ ਵੀ ਟਰੈਕਟਰ ਤੇ ਖੜੇ ਹੋ ਕੇ ਮੈਂ ਇਹੀ ਗੱਲ ਕੀਤੀ ਵੀ ਸਾਡੇ ਆਗੂਆਂ ਨੂੰ, ਸਤਿਕਾਰਯੋਗ ਆਗੂਆਂ ਨੂੰ ਬੇਨਤੀ ਆ ਵੀ ਆ ਕੇ ਕੋਈ ਪ੍ਰੋਗਰਾਮ ਦੇਣ। ਜੇ ਇੱਥੇ ਬਹਿਣਾ ਕਿ ਵਾਪਸ ਜਾਣਾ ਸਾਨੂੰ ਦੱਸਣ। ਤੇ ਉਦੋਂ ਬਾਅਦ ਕਿਸੇ ਨੇ ਕੋਈ ਕੰਟੈਕਟ ਨਹੀਂ ਕੀਤਾ। ਬਾਈ ਜੀ ਜਿਹੜੇ ਆਰਐਸਐਸ ਦੇ ਏਜੰਟ ਸੀ ਨਾ, ਉਹ ਤਾਂ ਬਾਹਰ ਸੀ, ਫਿਰ ਅੰਦਰ ਉੱਥੇ ਕੋਈ ਆਰਐਸਐਸ ਦਾ ਏਜੰਟ ਨਹੀਂ ਸੀ। ਅੰਦਰ ਤਾਂ ਉਹ ਬੰਦਾ ਸੀ ਜੋ ਸੱਚੀ ਤੇ ਸੁੱਚੀ ਆਪਦੇ ਅੰਦਰ ਨੇਕ ਆਤਮਾ ਲੈ ਕੇ ਜਜ਼ਬਾਤਾਂ ਦੇ ਆਧਾਰ ਤੇ ਤੁਹਾਡੇ ਨਾਲ ਖੜਾ ਸੀ। ਉਹ ਤਾਂ ਸਾਰੇ ਏਜੰਟ ਤਾਂ ਬਾਹਰ ਸੀ, ਉੱਥੇ ਕੋਈ ਨਹੀਂ ਵੜਿਆ। ਉੱਥੇ ਤਾਂ ਸੰਗਤ ਗਈ ਆ। ਸੰਗਤ 'ਚ ਗੁਰੂ ਦਾ ਵਾਸ ਆ। ਜੇ ਗੁਰੂ 20 ਵਿਸਵੇ ਆ ਤਾਂ ਸੰਗਤ 21 ਵਿਸਵੇ ਆ। ਸੰਗਤ ਦੇ ਫੈਸਲਿਆਂ ਨੂੰ ਪਛਾਣੋ, ਸੰਗਤ ਦੇ ਫੈਸਲਿਆਂ ਨੂੰ ਤੁਸੀਂ ਦੇਖੋ, ਮਹਿਸੂਸ ਕਰੋ। ਹਜੇ ਵੀ ਟਾਈਮ ਆ ਤੁਹਾਡੇ ਕੋਲੇ। ਫਿਰ ਅਗਲੀ ਗੱਲ, ਜਦੋਂ ਮੇਰੇ ਤੇ ਉਹਨਾਂ ਨੇ ਆ ਕੇ ਇਹ ਕਿਹਾ ਵੀ ਉਹ ਤੂੰ ਹਿੰਸਾ ਪੜਾਈ ਆ, ਤੂੰ ਭੜਕਾਈ ਆ, ਹੁਣ ਮੈਂ ਉੱਥੇ ਆਪਦੇ ਬੰਦਿਆਂ ਨਾਲ ਲੜਦਾ। ਲੜਨ ਵਾਸਤੇ ਫੇਰ ਗੱਲ ਕੀ ਹੋਣੀ ਸੀ? ਦੇਖੋ ਦੀਪ ਸਿੱਧੂ ਦਾ ਕਿਰਦਾਰ, ਇਹ ਤਾਂ ਐਂ ਹੈ, ਤਾਂ ਲੜੀ ਜਾਂਦਾ ਬੰਦਿਆਂ ਨਾਲ, ਇਹ ਗਾਲਾਂ ਕੱਢੀ ਜਾਂਦਾ। ਉੱਥੋਂ ਜਿਹੜੇ ਕੁਝ ਸੁਹਿਰਦ ਬੰਦੇ ਸੀ, ਮੈਨੂੰ ਤਾਂ ਵਿਚਾਰੇ ਜਾਣਦੇ ਵੀ ਨਹੀਂ ਸੀ, ਉਹਨਾਂ ਨੇ ਕਿਹਾ ਬਾਈ ਤੂੰ ਨਿਕਲ, ਬਾਈ ਤੂੰ ਨਿਕਲ। ਉਹ ਮੈਨੂੰ ਲੈ ਗਏ। ਉਦੋਂ ਬਾਅਦ ਅਸੀਂ ਵਾਕਿਆ ਹੀ ਉਹ ਸਿਚੁਏਸ਼ਨ ਅਵੋਇਡ ਕੀਤੀ। ਕੁੱਟਣ ਨੂੰ ਉੱਥੇ 20 ਬੰਦਿਆਂ ਨੂੰ ਕੁੱਟ ਲੈਂਦੇ, ਲੜ ਪੈਂਦੇ ਆਪਸ 'ਚ। ਇਹ ਕਾਰਨ ਥੋੜੀ ਆਏ ਆ ਇੱਥੇ। ਫਿਰ ਉਹਨਾਂ ਨੇ ਕੀ ਕਹਿਣਾ ਸੀ? ਦੀਪ ਸਿੱਧੂ ਕੁੱਟਿਆ ਗਿਆ। ਕਿਉਂਕਿ ਤੁਹਾਨੂੰ ਤਾਂ ਇੱਕ ਖਬਰ ਚਾਹੀਦੀ ਆ, ਉਹ ਖਬਰ ਨੂੰ ਤੁਸੀਂ ਵਾਰ-ਵਾਰ ਦੇਖੋਗੇ, ਵਾਰ-ਵਾਰ ਦੇਖੋਗੇ। ਇਹ ਤਾਂ ਸਾਡੀ ਮਾਨਸਿਕਤਾ ਰਹਿ ਗਈ ਯਾਰ। ਕਿੱਥੇ ਬੈਠੇ ਆ ਅਸੀਂ ਆਪਦੀ ਹੋਂਦ ਦੀ ਲੜਾਈ ਲੜ ਰਹੇ ਆ। ਹੋਂਦ ਦੀ ਲੜਾਈ 'ਚ ਤੁਸੀਂ ਇੱਕ ਮੋਟਰਸਾਈਕਲ ਦੀ ਵੀਡੀਓ ਜਿਹਦਾ ਕੋਈ ਸੱਚ ਤੁਹਾਨੂੰ ਪਤਾ ਨਹੀਂ, ਤੁਸੀਂ ਉਹ ਦੇਖ ਕੇ ਘਸਾਤੀ। ਐਡੀ ਮਾਨਸਿਕਤਾ ਤੁਹਾਡੀ ਯਾਰ ਗੰਦੀ। ਹੁਣ ਮੈਂ ਕੀ ਗੱਲਾਂ ਕਰਾਂ ਤੁਹਾਡੇ ਨਾਲ? ਜੇ ਮੈਂ ਬਾਹਲੀਆਂ ਗੱਲਾਂ ਖੋਲੂੰਗਾ ਨਾ, ਹਜੇ ਤਾਂ ਬਹੁਤ ਗੱਲਾਂ ਖੋਲ ਸਕਦਾ ਮੈਂ, ਬੜੀਆਂ ਗੱਲਾਂ ਖੋਲੀਆਂ ਜਾ ਸਕਦੀਆਂ, ਪਰ ਹਜੇ ਟਾਈਮ ਨਹੀਂ ਆ। ਹਜੇ ਬਹੁਤ ਗੱਲਾਂ ਨੂੰ ਪੀਣਾ ਪਊਗਾ। ਪਰ ਮੈਂ
ਸੱਚ ਨੂੰ ਸਾਹਮਣੇ ਲਿਆ ਕੇ ਤੁਹਾਡੇ ਰੱਖੂੰਗਾ, ਬਾਹ ਦਲੀਲ ਰੱਖੂੰਗਾ, ਇੱਕ ਇੱਕ ਗੱਲ ਦੀ ਦਲੀਲ ਦੇਵਾਂਗਾ ਤੁਹਾਨੂੰ। ਤੁਸੀਂ ਯਾਰ ਸਮਝੀ ਕੀ ਬੈਠੇ ਹੋ ਆਪਦੇ ਆਪ ਨੂੰ? ਇੱਥੇ ਜਾਣ ਤਲੀ ਤੇ ਰੱਖ ਕੇ ਸਿਰ ਧੜ ਦੀ ਬਾਜੀ ਲਾਈ ਹੋਈ ਆ। ਜਿਹੜੇ ਬੰਦੇ ਨਾਲ ਕੋਈ ਨਹੀਂ ਬੋਲਿਆ, ਹਜੇ ਤੱਕ ਕੋਈ ਨਹੀਂ ਖੜਿਆ, ਗਦਾਰੀ ਦੇ ਸਰਟੀਫਿਕੇਟ ਵੰਡਤੇ ਤੁਸੀਂ। ਭਾਈ ਜੀ ਕੋਈ ਤੁਹਾਡੇ ਲਈ ਪੈਦਾ ਨਹੀਂ ਹੋਊਗਾ, ਕੋਈ ਤੁਹਾਡਾ ਆ ਕੇ ਇਹ ਨਹੀਂ ਕਹੂਗਾ ਵੀ ਮੈਂ ਤੁਹਾਡੇ ਲਈ ਲੜਦਾ ਯਾਰ, ਤੁਹਾਡੇ ਹੱਕਾਂ ਖਾਤਰ ਲੜਦਾ। ਬਦਲੋ, ਹਜੇ ਵੀ ਬਦਲ ਦਿਓ ਆਪਦੀ ਮਾਨਸਿਕਤਾ ਨੂੰ ਤੇ ਸਾਡੇ ਢੰਗ ਬਦਲੋ। ਜੇ ਨਹੀਂ ਬਦਲੇ ਤਾਂ ਪਛਤਾਓਗੇ। ਮੈਂ ਹੁਣ ਐਨੀਵੇਜ਼ ਬਹਾਅ 'ਚ ਬਹਿ ਜਾਨਾ, ਜਜ਼ਬਾਤਾਂ ਦੇ ਬਹਾਅ 'ਚ ਬਹਿ ਜਾਨਾ। ਆਪਾਂ ਉਹਦੇ ਰਾਤ ਨੂੰ ਜਿਹੜੇ ਸਟੇਜ ਤੇ ਬੰਦੇ 25 ਤਰੀਕ ਦੀ ਰਾਤ ਨੂੰ ਸਟੇਜ ਤੇ ਮੌਜੂਦ ਸੀ ਨਾ, ਉਹਨਾਂ ਨੂੰ ਪੁੱਛਿਓ, ਉਹਨਾਂ ਨੂੰ ਦੀਪ ਸਿੱਧੂ ਦਾ ਕਿਰਦਾਰ ਪੁੱਛਿਓ। ਦੀਪ ਸਿੱਧੂ ਦਾ ਕਿਰਦਾਰ, ਸਰਕਾਰ ਤਾਂ ਅੱਜ ਮੇਰੇ ਪਿੱਛੇ, ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ, ਸਰਕਾਰ ਨੇ ਮੇਰੇ ਪਿੱਛੇ ਬੰਦੇ ਲਾ ਦੇਣੇ ਆ ਵੀ ਕਿਸੇ ਵੀ ਢੰਗ 'ਚ ਇਹਨੂੰ ਮਾਰੋ। ਮੈਂ ਫੇਰ ਖੜਾ। ਤੁਸੀਂ ਗਦਾਰ ਦਾ ਸਰਟੀਫਿਕੇਟ ਦੇਈ ਜਾਂਦੇ ਹੋ, ਮੈਂ ਫੇਰ ਖੜਾ। ਔਰ ਬਹੁਤ ਕੁਝ ਪੀ ਬੈਠਾ ਹਜੇ ਅੰਦਰ। ਜੇ ਮੈਂ ਕਿਤੇ ਪਰਤਾਂ ਫਰੋਲਣ ਤੇ ਆ ਗਿਆ ਨਾ, ਤੇ ਇਹ ਸਾਰਾ ਕੁਝ ਖੋਲਣ ਤੇ ਆ ਗਿਆ, ਜਿਹੜੇ ਗੁੱਜੇ ਭੇਦ ਹੁੰਦੇ ਆ, ਤਾਂ ਇੱਥੇ ਭੱਜਿਆਂ ਨੂੰ ਰਾਹ ਨਹੀਂ ਮਿਲਣੇ। ਹੁਣ ਇੱਕ ਹੋਰ ਗੱਲ, ਇਹ ਗੱਲ ਮੈਂ ਡਾਇਲੌਗ 'ਚ ਨਹੀਂ ਬੋਲੀ ਸੀ, ਇਹ ਗੱਲ ਯਾਦ ਰੱਖਿਓ। ਭੱਜਣ ਵਾਲੇ ਨੂੰ ਧਰਤੀ ਚਾਹੀਦੀ ਹੁੰਦੀ ਆ ਤੇ ਉੱਡਣ ਵਾਲੇ ਨੂੰ ਅਸਮਾਨ। ਤੇ ਮੈਨੂੰ ਇਹ ਦੋਵੇਂ ਚਾਹੀਦੇ ਆ। ਹੁਣ ਇਹ ਜਿੱਥੇ ਵੀ ਮਿਲਣਗੇ, ਜਿਵੇਂ ਵੀ ਮਿਲਣਗੇ, ਮੈਂ ਛੱਡਣੇ ਨਹੀਂ ਆ। ਯਾਦ ਰੱਖਿਓ ਇਹ ਗੱਲ। ਐਨੀਵੇਜ਼ ਜਜ਼ਬਾਤੀ ਬੰਦਾ ਮੈਂ। ਕਰਾਂਗੇ ਗੱਲ, ਆਪਾਂ ਹੋਰ ਗੱਲਾਂ ਕਰਾਂਗੇ। ਤੁਸੀਂ ਏਕਾ ਬਣਾਈ ਰੱਖੋ। ਅਸੀਂ ਹੁਣ ਵੀ, ਸਾਡਾ ਸਾਂਝਾ ਮਕਸਦ ਆ, ਅਸੀਂ ਜਿੱਤਣਾ, ਇਸ ਮੋਰਚੇ ਨੂੰ ਜਿੱਤਣਾ। ਏਕਾ ਬਣਾਈ ਰੱਖੋ। ਹਜੇ ਬੜਾ ਕੁਝ ਪੀਣਾ ਪਊਗਾ, ਪੀ ਰਹੇ ਆ। ਟਾਈਮ ਆਊਗਾ ਜਦੋਂ ਸਾਰੀਆਂ ਗੱਲਾਂ ਕੀਤੀਆਂ ਜਾਣਗੀਆਂ। ਜੇ ਕਿਤੇ ਹੁਣ ਵੀ ਸਟੈਂਡ ਲੈ ਲੈਣ ਤੇ ਉਸ ਮੂਵਮੈਂਟ ਨੂੰ ਇੰਜੋਏ ਕਰਨ, ਜਿਹੜੀ ਇੱਕ ਇਤਿਹਾਸਿਕ ਪਲ ਸੀ ਉਹ, ਜਦੋਂ ਸਾਡੇ ਉੱਥੇ ਦੋ ਨਿਸ਼ਾਨ ਸਾਹਿਬ ਤੇ ਕਿਸਾਨੀ ਦਾ ਝੰਡਾ ਅਸੀਂ ਲਾ ਕੇ ਸਰਕਾਰ ਤੱਕ ਆਪਦੀ ਆਵਾਜ਼ ਸਿੰਬੋਲਿਕਲੀ ਇਹ ਗੱਲ ਦੱਸੀ ਸੀ ਵੀ ਸਾਡੇ ਰੋਸ ਨੂੰ ਤੁਸੀਂ ਦੇਖੋ, ਮਹਿਸੂਸ ਕਰੋ, ਅਸੀਂ ਆਪਦੇ ਹੱਕ ਲੈਣ ਆਏ ਆ। ਆਪਦੀ ਹੋਂਦ ਦੀ ਲੜਾਈ ਲੜੀ ਜਾਂਦੇ ਆ। ਲੱਤਾਂ ਨਾ ਖਿੱਚੋ, ਤੌਮਤਾਂ ਨਾ ਲਾਓ। ਬਹੁਤ ਸਾਰਾ ਪਿਆਰ ਤੇ ਸਤਿਕਾਰ। ਜਿਉਂਦੇ ਵਸਦੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।